ਸੋ ਕੈਨੇਡਾ ਤੋਂ ਬਹੁਤ ਤੇਜ਼ੀ ਦੇ ਨਾਲ ਵੀਜ਼ੇ ਆ ਰਹੇ ਨੇ ਔਰ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਜਸਮੀਤ ਭਾਟੀਆ ਜੀ ਲਗਾਤਾਰ ਪਿਛਲੇ 1 ਮਹੀਨੇ ਤੋਂ ਕੈਨੇਡਾ ਤੋਂ ਵੀਜ਼ੇ ਆਉਣ ਦਾ ਟ੍ਰੈਂਡ ਹੈ ਜਿਹੜਾ ਸਾਨੂੰ ਦੱਸ ਰਹੇ ਸੀ ਕਿ ਬਹੁਤ ਤੇਜ਼ੀ ਦੇ ਨਾਲ ਵੀਜ਼ਾ ਆ ਰਹੇ ਨੇ ਔਰ ਰਿਫਿਊਜ਼ ਕੇਸਿਸ ਦੇ ਵੀ ਕਾਫੀ ਜ਼ਿਆਦਾ ਵੀਜ਼ਾ ਆ ਰਹੇ ਨੇ। ਕੁਝ ਸਟੂਡੈਂਟਸ ਨੇ ਅੱਜ ਸਾਡੇ ਨਾਲ ਜਿਨ੍ਹਾਂ ਨੇ ਵੀਜ਼ਾ ਹਾਸਲ ਕੀਤੇ ਨੇ ਔਰ ਉਹਨਾਂ ਦੀ ਜਰਨੀ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਪੜ੍ਹਨ ਤੋਂ ਬਾਅਦ ਉਹਨਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਵੀਜ਼ਾ ਹਾਸਲ ਕੀਤਾ। ਪ੍ਰਿਆ ਜੀ ਨੇ ਸਾਡੇ ਨਾਲ ਸਭ ਤੋਂ ਪਹਿਲਾਂ ਤਾਂ ਬੀਕਾਮ ਕੀਤੀ ਹੈ ਔਰ ਪ੍ਰਿਆ ਜੀ ਤੁਹਾਡਾ ਵੀਜ਼ਾ ਕਦੋਂ ਆਇਆ ਔਰ ਤੁਸੀਂ ਕਿਹੜੀ ਜਗ੍ਹਾ ਪੜ੍ਹਨ ਜਾ ਰਹੇ ਹੋ? ਮੇਰਾ ਵੀਜ਼ਾ 5 ਫੈਬ ਨੂੰ ਆਇਆ ਸੀਗਾ, 5 ਮਾਰਚ ਨੂੰ ਆਇਆ ਸੀਗਾ ਤੇ ਮੈਂ ਕੋਨਸਟੋਗਾ ਕਾਲਜ ਆ ਰਹੀ ਹਾਂ ਕਿਚਨਰ ਦੇ ਵਿੱਚ। ਕਿਹੜੀ ਐਜੂਕੇਸ਼ਨ ਤੁਸੀਂ ਲੈਣ ਜਾ ਰਹੇ ਹੋ? ਮੇਰਾ ਗਲੋਬਲ ਬਿਜ਼ਨਸ ਸਟ੍ਰੈਟਜੀ ਮੈਨੇਜਮੈਂਟ ਪ੍ਰੋਗਰਾਮ ਹੈ। ਅੱਛਾ, ਤੁਸੀਂ ਬੀਕਾਮ ਇੱਥੋਂ ਇੰਡੀਆ ਤੋਂ ਕੀਤੀ ਹੈ? ਹਾਂਜੀ, ਇੰਡੀਆ ਤੋਂ ਕੀਤੀ ਮੈਂ ਤੇ ਲੈਂਡਮਾਰਕ ਤੋਂ ਕਿੱਦਾਂ ਦੀ ਸਪੋਰਟ ਰਹੀ? ਡਰ ਤਾਂ ਨਹੀਂ ਸੀ ਲੱਗ ਰਿਹਾ ਵੀ ਕਿਤੇ ਰਿਫਿਊਜ਼ਲ ਹੀ ਨਾ ਹੋ ਜੇ? ਨਹੀਂ ਸੋ ਮੈਂ ਮੋਗਾ ਬ੍ਰਾਂਚ ਸਾਰੇ ਕਿਤੇ ਅਪਲਾਈ ਗਈ ਸੀ, ਵਿਜ਼ਿਟ ਕੀਤਾ ਸੀਗਾ। ਲੈਂਡਮਾਰਕ ਮੈਨੂੰ ਵਧੀਆ ਲੱਗਿਆ ਸੀਗਾ, ਉੱਥੇ ਦਾ ਸਟਾਫ ਵਧੀਆ ਸੀਗਾ, ਸਪੈਸ਼ਲੀ ਸੌਰਵ ਸਰ ਸੀਗੇ, ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਸੀ। ਜ਼ਿਆਦਾ ਜਦੋਂ ਵੀ ਕਦੀ ਫੋਨ ਕਰਦੇ ਸੀ ਕੋਈ ਪ੍ਰੋਬਲਮ ਆਉਂਦੀ ਸੀ ਤੇ ਉਹ ਸੋਲੂਸ਼ਨ ਦੇ ਦਿੰਦੇ ਸੀ? ਹਾਂਜੀ, ਸੋਲੂਸ਼ਨ ਦੇ ਦਿੰਦੇ ਸੀ ਹਰੇਕ ਪ੍ਰੋਬਲਮ ਦਾ ਤੇ ਉਹਨਾਂ ਨੇ ਕਦੇ ਵੀ ਕਦੇ ਰੂਡਲੀ ਗੱਲ ਨਹੀਂ ਕੀਤੀ ਹੈਗੀ ਕਿ ਬਹੁਤ ਹੀ ਵਧੀਆ ਕੋਆਪਰੇਟਿਵ ਸੀਗੇ ਜੀ। ਚਲੋ ਬਹੁਤ ਬਹੁਤ ਮੁਬਾਰਕਾਂ। ਸੋ ਕਰਨ ਜੀ ਸਾਡੇ ਨਾਲ ਨੇ, ਸੋ ਟਰਾਫੀ ਦੇ ਕੇ ਜ਼ਰੂਰ ਕਰਨ ਜੀ ਪ੍ਰਿਆ ਜੀ ਨੂੰ ਕੰਗ੍ਰੈਚੁਲੇਟ ਕਰਨਗੇ। ਸੋ ਚਲੋ ਥੈਂਕ ਯੂ ਸੋ ਮਚ ਔਰ ਕੰਗ੍ਰੈਚੁਲੇਸ਼ਨਸ ਜੀ। ਬਬਲੀ ਜੀ ਸਾਡੇ ਨਾਲ ਨੇ, ਬਬਲੀ ਜੀ ਤੋਂ ਪੁੱਛਾਂਗੇ। ਮੈਨੂੰ ਪਤਾ ਲੱਗਿਆ ਪਹਿਲਾਂ ਮੈਂ ਗੱਲਬਾਤ ਕਰ ਰਿਹਾ ਸੀ ਕਿ ਇਹਨਾਂ ਨੇ ਵੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਬਬਲੀ ਜੀ ਤੁਹਾਨੂੰ ਕਿੰਨੀ ਸਟਰਗਲ ਕਰਨੀ ਪਈ ਵੀਜ਼ਾ ਲੈਣ ਲਈ? ਸਰ ਸਟਰਗਲ ਤਾਂ ਥੋੜ੍ਹੀ ਜਿਹੀ ਕਰਨੀ ਪਈ ਹੈ ਕਿਉਂਕਿ ਪਹਿਲਾਂ ਤਾਂ ਕੋਈ ਇੱਦਾਂ ਦਾ ਆਪਸ਼ਨ ਨਹੀਂ ਸੀਗਾ ਕਿ ਬਾਹਰ ਜਾਣਾ ਹੈ, ਕਿਉਂਕਿ ਜਿੰਨਾ ਸੁਣਿਆ ਸੀ ਗਵਰਨਮੈਂਟ ਕਹਿ ਰਹੀ ਸੀ ਕਿ ਜੇ ਤੁਸੀਂ ਸਟੱਡੀ ਇੱਥੇ ਕਰੋਗੇ ਤੁਹਾਨੂੰ ਅਸੀਂ ਜੌਬ ਪ੍ਰੋਵਾਈਡ ਕਰਾਂਗੇ, ਬਟ ਇਹੋ ਜਿਹਾ ਕੁਝ ਹੋਇਆ ਨਹੀਂ ਹੈ। ਅਤੇ ਆਫਟਰ 5-7 ਸਾਲ ਬਾਅਦ ਸਟੱਡੀ ਦੇ ਵਿੱਚ ਮੈਂ ਪਹਿਲਾਂ ਸੋਚਦੀ ਸੀ ਕਿ ਅਪਲਾਈ ਕਰ ਦੇਵਾਂ, ਲੇਕਿਨ ਇਹੋ ਜਿਹਾ ਕੁਝ ਬਣਿਆ ਨਹੀਂ ਕਿਉਂਕਿ ਗਵਰਨਮੈਂਟ ਦਿਲਾਸਾ ਦੇ ਰਹੀ ਸੀ ਕਿ ਮੈਂ ਤੁਹਾਨੂੰ ਜੌਬ ਦੇਵਾਂਗਾ, ਬਟ ਇਹੋ ਜਿਹਾ ਕੁਝ ਹੋਇਆ ਨਹੀਂ। ਬਟ ਲਾਸਟ ਮੂਮੈਂਟ 'ਤੇ ਮੈਂ ਫਿਰ ਬਾਹਰ ਜਾਣ ਦਾ ਸੋਚਿਆ ਤੇ ਲੈਂਡਮਾਰਕ ਇਮੀਗ੍ਰੇਸ਼ਨ ਨੇ ਮੈਨੂੰ ਵੀਜ਼ਾ ਦਿਲਵਾਇਆ ਇਹਨਾਂ ਦੀ। ਅੱਛਾ, ਡਰ ਨਹੀਂ ਸੀ ਲੱਗਦਾ ਕਿਉਂਕਿ ਬਹੁਤ ਲੰਮਾ ਸਮਾਂ ਰਿਜ਼ਲਟਸ ਆ ਨਹੀਂ ਸੀ ਰਹੇ? ਕਿੰਨਾ ਡਰ ਲੱਗ ਰਿਹਾ ਸੀ ਤੇ ਬਾਕੀ ਸਟੂਡੈਂਟ ਕਿਉਂ ਨਾ ਡਰਨ? ਐਕਚੁਅਲੀ ਸਮ ਟਾਈਮ ਇਹ ਡਿਪੈਂਡ ਕਰਦਾ ਲੱਕ 'ਤੇ ਵੀ, ਔਰ ਖਾਸ ਕਰਕੇ ਜਿਹੜੀ ਗਵਰਨਮੈਂਟ ਆਫ ਕੈਨੇਡਾ ਦੀ ਜਿਹੜੀ ਓਪਰਚੁਨਿਟੀ ਆ ਬਹੁਤ ਅੱਛੀ ਦੇ ਰਹੇ ਨੇ, ਔਰ ਈਵਨ ਕਿ ਕੁਆਰੰਟੀਨ ਦੇ ਵਿੱਚ ਉਹ ਅਨਾਊਂਸ ਵੀ ਕਰ ਰਹੇ ਸੀ ਕਿ ਅਸੀਂ ਬੱਚਿਆਂ ਨੂੰ ਬਹੁਤ ਅੱਛੀ ਸਰਵਿਸ ਦੇਵਾਂਗੇ ਤੇ ਬੱਚਿਆਂ ਨੂੰ ਨਿਰਾਸ਼ ਨਹੀਂ ਕਰਾਂਗੇ। ਕਿਹੜਾ ਕੋਰਸ ਲੈ ਕੇ ਜਾ ਰਹੇ ਹੋ ਤੁਸੀਂ? ਇੱਥੇ ਤੁਹਾਡੀ ਕੁਆਲੀਫਿਕੇਸ਼ਨ ਕੀ ਸੀ? ਇੱਥੇ ਮੈਂ BSc B.Ed ਕੀਤੀ ਹੋਈ ਹੈ ਔਰ ਉਸ ਤੋਂ ਬਾਅਦ MSc ਟਰਾਈ ਕੀਤਾ ਸੀ, ਬਟ ਇੱਦਾਂ ਦੀ ਕੋਈ ਜੌਬ ਓਪਰਚੁਨਿਟੀ ਨਹੀਂ ਸੀਗੀ। ਉਸ ਤੋਂ ਬਾਅਦ ਮੈਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਡਿਪਲੋਮਾ ਅਪਲਾਈ ਕੀਤਾ ਕੈਨੇਡਾ ਤੋਂ। ਚਲੋ ਕੰਗ੍ਰੈਚੁਲੇਸ਼ਨਸ ਜੀ। ਸੋ ਬਬਲੀ ਜੀ ਨੂੰ ਵੀ ਜ਼ਰੂਰ ਕਰਨ ਜੀ ਕੰਗ੍ਰੈਚੁਲੇਟ ਕਰਨਗੇ। ਥੈਂਕ ਯੂ ਸੋ ਮਚ। ਥੈਂਕ ਯੂ ਹਾਂਜੀ, ਜਸਕਰਨ ਜੀ ਨੇ ਸਾਡੇ ਨਾਲ। ਜਸਕਰਨ ਜੀ ਇਹ ਪੋਸਟ ਗ੍ਰੈਜੂਏਟ ਨੇ ਮੈਥਮੈਟਿਕਸ ਦੇ ਵਿੱਚ, ਸੋ ਇਹਨਾਂ ਨਾਲ ਪੁੱਛਾਂਗੇ ਤੁਸੀਂ ਕੀ ਸੋਚ ਕੇ ਅਪਲਾਈ ਕੀਤਾ, ਕਿਹੋ ਜੀ ਸਪੋਰਟ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਲੀ? ਡਰ ਤਾਂ ਨਹੀਂ ਲੱਗਿਆ ਕਿ ਕਿਤੇ ਰਿਫਿਊਜ਼ਲ ਨਾ ਹੋ ਜਾਏ ਕਿਉਂਕਿ ਰਿਫਿਊਜ਼ਲ ਬਹੁਤ ਜ਼ਿਆਦਾ ਪਹਿਲਾਂ ਆ ਰਹੇ ਸੀ? ਹਾਂਜੀ ਸਰ, ਮੇਰਾ ਐਕਚੁਅਲੀ ਇੱਕ ਵਾਰ ਪਹਿਲਾਂ ਰਿਫਿਊਜ਼ ਵੀ ਹੋ ਚੁੱਕਿਆ, ਇਸ ਲਈ ਥੋੜਾ ਜਿਹਾ ਸੀਗਾ 50-50 ਹੈ। ਬਟ ਅੱਛਾ, ਤੁਸੀਂ ਜਦੋਂ ਰਿਫਿਊਜ਼ ਹੋਏ ਹੋ ਉਦੋਂ ਵੀ ਤੁਸੀਂ MSc ਮੈਥਮੈਟਿਕਸ ਤੋਂ ਬਾਅਦ ਅਪਲਾਈ ਕੀਤਾ ਸੀ, ਫਿਰ ਕਿਵੇਂ ਰਿਫਿਊਜ਼ ਹੋ ਗਿਆ? ਪਤਾ ਨਹੀਂ ਸਰ, ਕੋਈ ਰੀਜ਼ਨ ਵੀ ਨਹੀਂ ਸੀਗਾ ਇੰਨਾ ਖਾਸ। ਮੈਂ ਬੈਂਡ ਵੀ ਵਧੀਆ ਸੀਗੇ, ਸਾਰਾ ਕੁਝ ਸੀਗਾ, ਪਤਾ ਨਹੀਂ ਲੱਕ ਹੀ ਨਹੀਂ ਸੀ ਉਦੋਂ। ਹੁਣ ਤੁਹਾਡੇ ਕਿੰਨੇ ਬੈਂਡ ਹੈ? ਹੁਣ 7 ਨੇ ਸਰ। 7 ਬੈਂਡ ਨੇ। ਅੱਛਾ, ਪਹਿਲਾਂ ਵੀ 7 ਬੈਂਡ ਤੇ ਰਿਫਿਊਜ਼ ਹੋਇਆ ਸੀ? ਪਹਿਲਾਂ ਆਲਮੋਸਟ 7 ਸੀਗੇ, ਓਵਰਆਲ 6.5 ਸੀਗੇ, 2 ਚੋਂ 7 ਸੀ ਉਦੋਂ ਵੀ। ਅੱਛਾ, ਉਹ ਰਿਫਿਊਜ਼ ਹੋ ਗਏ ਸੀ। ਅੱਛਾ, ਫਿਰ ਤੁਸੀਂ ਲੈਂਡਮਾਰਕ ਆਏ? ਹਾਂਜੀ, 18 'ਚ ਹੋਏ ਸੀ ਰਿਫਿਊਜ਼। ਅੱਛਾ, 18 'ਚ। ਹਾਂਜੀ, ਉਸ ਤੋਂ ਬਾਅਦ ਫਿਰ ਮੈਂ 2 ਸਾਲ ਨਹੀਂ ਕੀਤਾ, ਮੈਂ 20 'ਚ ਦੁਬਾਰਾ ਟਰਾਈ ਕੀਤਾ। ਤੇ ਲੈਂਡਮਾਰਕ ਤੋਂ ਮੈਂ ਤਾਂ ਕੀਤਾ ਕਿਉਂਕਿ ਮੇਰੇ ਫਰੈਂਡਸ ਦਾ ਵੀਜ਼ਾ ਇੱਥੋਂ ਲੱਗਿਆ ਹੈ, ਉਹਨਾਂ ਦਾ ਵੀ ਕੇਸ ਵੀਕ ਸੀਗੇ, ਜਿੱਦਾਂ ਕਿਸੇ ਦੇ ਬੈਂਡਸ ਘੱਟ ਨੇ ਤੇ ਕਿਸੇ ਦਾ ਗੈਪ ਜ਼ਿਆਦਾ ਹੈ, ਕਿਸੇ ਦੇ ਪਰਸੈਂਟੇਜ ਘੱਟ ਹੈ ਇੱਧਰਲੀ ਸਟੱਡੀ ਦੇ ਵਿੱਚ, ਤਾਂ ਉਹਨਾਂ ਦਾ ਵੀ ਵੀਜ਼ਾ ਲੱਗਿਆ। ਤਾਂ ਮੈਨੂੰ ਸੀਗਾ ਕਿ ਮੇਰਾ ਵੀ ਲੱਗ ਜਾਏਗਾ ਇੱਥੋਂ, ਮੈਨੂੰ ਉਮੀਦ ਸੀਗੀ, ਤਾਂ ਮੈਂ ਇੱਥੋਂ ਅਪਲਾਈ ਕੀਤਾ। ਅੱਛਾ, ਹੁਣ ਕਿਹੜੀ ਜਗ੍ਹਾ ਤੁਸੀਂ ਜਾ ਰਹੇ ਹੋ ਤੇ ਕੀ ਟਾਰਗੇਟ ਹੈ ਲਾਈਫ ਦਾ? ਸਰ, ਮੈਂ ਅਲਗੋਮਾ ਯੂਨੀਵਰਸਿਟੀ ਜਾ ਰਹੀ ਹਾਂ, ਸੂ ਸੇਂਟ ਮੈਰੀ ਓਨਟਾਰੀਓ ਦੇ ਵਿੱਚ। ਉੱਥੇ ਜਾ ਕੇ ਮੈਂ ਆਪਣਾ ਪਹਿਲਾਂ 1 ਸਾਲ ਦਾ ਡਿਪਲੋਮਾ ਕਰਾਂਗੀ, ਗ੍ਰੈਜੂਏਟ ਸਰਟੀਫਿਕੇਟ ਇਨ ਬਿਜ਼ਨਸ। ਉਸ ਤੋਂ ਬਾਅਦ ਮੈਂ ਆਪਣੇ ਟੀਚਿੰਗ ਦੇ ਵਿੱਚ ਹੀ ਜੌਬ ਸੋਚਾਂਗੀ, ਐਕਸਪਲੋਰ ਕਰਾਂਗੀ ਕਿੱਦਾਂ ਦੀ ਓਪਰਚੁਨਿਟੀਜ਼ ਹੈਗੀਆਂ ਉੱਥੇ ਅਤੇ ਮੈਨੂੰ ਕੀ ਚਾਹੀਦਾ ਹੈ। ਉਹਦੇ ਲਈ ਈਚ 7 ਚਾਹੀਦਾ, ਜਿੰਨਾ ਕਿ ਮੈਂ ਹੁਣ ਤੱਕ ਸਰਚ ਕੀਤਾ। ਈਚ 7 ਬੈਂਡ ਲੈ ਕੇ ਮੈਂ ਸਰਟੀਫਿਕੇਟ ਬਣਾਵਾਂਗੀ ਅਤੇ ਫਿਰ ਟੀਚਿੰਗ ਦੇ ਵਿੱਚ ਜੌਬ ਕਰਾਂਗੀ ਉੱਧਰ। ਚਲੋ ਬਹੁਤ ਬਹੁਤ ਮੁਬਾਰਕਾਂ ਜੀ। ਸੋ ਕਰਨ ਜੀ ਟਰੋਫੀ ਜ਼ਰੂਰ ਦੇਣਗੇ ਜਸਕਰਨ ਜੀ ਨੂੰ। ਥੈਂਕ ਯੂ ਸੋ ਮਚ ਜੀ ਜਸਕਰਨ ਜੀ, ਥੈਂਕ ਯੂ ਸੋ ਮਚ। ਜਸਵਿੰਦਰ ਨੇ ਸਾਡੇ ਨਾਲ, ਇਹ ਬਰਨਾਲੇ ਨੂੰ ਬਿਲੋਂਗ ਕਰਦੇ ਨੇ, ਮੇਰੇ ਨਾਨਕੇ ਵੀ ਨੇ ਬਰਨਾਲੇ। ਜਸਵਿੰਦਰ, ਤੁਸੀਂ ਕਿਵੇਂ ਪਹਿਲੀ ਵਾਰੀ ਟਰਾਈ ਕੀਤਾ ਜਾਂ ਪਹਿਲਾਂ ਵੀ ਕਦੀ ਟਰਾਈ ਕੀਤਾ? ਨਹੀਂ, ਫਸਟ ਟਾਈਮ ਟਰਾਈ ਕੀਤਾ ਸੀਗਾ। ਤੁਸੀਂ ਇੱਥੇ ਪੜ੍ਹਨ ਦੀ ਬਜਾਏ ਬਾਹਰ ਜਾਣਾ ਕਿਉਂ ਚੂਜ਼ ਕੀਤਾ?
ਐਕਚੁਅਲੀ ਜੌਬ ਓਪਰਚੁਨਿਟੀਜ਼ ਬਹੁਤ ਘੱਟ ਨੇਗੀਆਂ ਐਜ਼ ਕੰਪੇਅਰ ਟੂ ਕੈਨੇਡਾ ਤੇ ਲਾਈਫ ਸਟਾਈਲ ਵੀ ਉੱਥੋਂ ਦਾ ਬਹੁਤ ਅੱਛਾ ਹੈ ਤੇ ਐਵਰੀਥਿੰਗ ਇਜ਼ ਅਵੇਲੇਬਲ देयर ਸੋ ਆਈ ਚੋਜ਼ ਦਿਸ। ਅੱਛਾ, ਲੈਂਡਮਾਰਕ ਇਮੀਗ੍ਰੇਸ਼ਨ ਤੋਂ ਕਿੱਦਾਂ ਦੀ ਸਪੋਰਟ ਮਿਲੀ? ਡਰ ਵੀ ਲੱਗਦਾ ਸੀ ਵੀ ਕਿਤੇ ਰਿਫਿਊਜ਼ ਹੀ ਨਾ ਹੋ ਜਾਏ, ਕਿਉਂਕਿ ਰਿਫਿਊਜ਼ਲ ਰੇਟ ਪਿੱਛੇ ਜੇ ਬਹੁਤ ਜ਼ਿਆਦਾ ਸੀ। ਲੈਂਡਮਾਰਕ ਤੋਂ ਤਾਂ ਬਹੁਤ ਅੱਛਾ ਸਕਸੈਸ ਰੇਟ ਚੱਲ ਰਿਹਾ। ਹਾਂਜੀ ਹਾਂਜੀ ਸਟਾਫਸ ਆਰ ਵੈਰੀ ਕੋਆਪਰੇਟਿਵ ਵੇਅਰ ਐਂਡ ਪਹਿਲਾਂ ਮੈਂ ਮਤਲਬ ਸੋਚ ਰਹੀ ਸੀਗੀ ਲਗਾਉਣ ਦਾ ਬਟ ਫਿਰ ਮੈਨੇ ਵਿੱਚ ਦੀ ਲੋਕਡਾਊਨ ਕਰਕੇ ਵੀ ਮੇਰਾ ਬਹੁਤ ਗੈਪ ਪੈ ਗਿਆ। ਈਵਨ ਲੋਕ ਵੀ ਮੈਨੂੰ ਪੁੱਛਦੇ ਹੁੰਦੇ ਆ ਕਿ ਤੁਹਾਡਾ ਲੱਗਿਆ ਕਿ ਨਹੀਂ, ਬਟ ਲੋਕਡਾਊਨ ਕਰਕੇ ਮੇਰਾ ਵੀ ਬਹੁਤ ਲੰਬਾ ਪ੍ਰੋਸੈਸ ਚਲਾ ਗਿਆ। ਦੈਨ ਮੇਰੀ ਫਰੈਂਡ ਨੇ ਸੁਜੈਸਟ ਕੀਤਾ ਤੇ ਵੀ ਲੈਂਡਮਾਰਕ ਇਮੀਗ੍ਰੇਸ਼ਨ ਕਰਨਾ ਤੇ ਫਿਰ ਮੈंने ਇੱਥੇ ਚੂਜ਼ ਕੀਤਾ। ਸਟਾਫਸ ਬਹੁਤ ਅੱਛਾ ਹੈ ਇੱਥੋਂ ਦਾ। ਅੱਛਾ, ਕਦੋਂ ਅਪਲਾਈ ਕੀਤਾ ਸੀ ਤੇ ਕਦੋਂ ਵੀਜ਼ਾ ਆਇਆ ਤੁਹਾਡਾ? ਮੈਂ ਲੋਕਡਾਊਨ ਦੇ ਮਿਡ ਦੇ ਵਿੱਚ ਹੀ ਕੀਤਾ ਸੀਗਾ, ਮੇਬੀ ਅਕਤੂਬਰ ਦੇ ਵਿੱਚ ਕੀਤਾ ਸੀ ਸ਼ਾਇਦ। ਤੇ ਉਸ ਤੋਂ ਬਾਅਦ ਮਤਲਬ ਮੈਨੂੰ ਡੈਫਰ ਵੀ ਹੋਈ ਸੀਗੀ ਉਸ ਚੀਜ਼ ਦੀ ਤੇ ਮਤਲਬ ਮੈਂ ਬਹੁਤ ਸਟਰਗਲ ਕੀਤੀ ਸੀ ਇਸ ਰਿਲੇਟਡ ਤੇ ਅੱਛਾ, ਪੀਟੀ ਚ ਤੁਸੀਂ ਹਾਸਲ ਕੀਤਾ ਹੈ। ਪੀਟੀ ਦੇ ਸਟੂਡੈਂਟਸ ਆਮ ਤੌਰ ਤੇ ਡਰਦੇ ਰਹਿੰਦੇ ਵੀ ਪਤਾ ਨਹੀਂ ਪੀਟੀ ਨਾਲ ਵੀਜ਼ਾ ਆਏਗਾ, ਪਤਾ ਨਹੀਂ ਆਏਗਾ। ਹਾਂਜੀ, ਈਵਨ ਮੇਰੇ ਸਟੂਡੈਂਟ ਵੀ ਇਹੀ ਸੋਚਦੇ ਆ ਬਟ ਮੈਂ ਉਹਨਾਂ ਦੇ ਲਈ ਮਤਲਬ ਇੱਕ ਸਿੰਬਲ ਹੋ ਗਈ ਆ ਕਿ ਹਾਂ ਵੀ ਤੁਸੀਂ ਲਗਾ ਸਕਦੇ ਹੋ। ਅੱਗੇ ਫਰਦਰ ਉਹਨਾਂ ਨੂੰ ਵੀ ਇਹ ਚੀਜ਼ ਦੀ ਮੋਟੀਵੇਸ਼ਨ ਮਿਲੇਗੀ। ਪੀਟੀ ਚ ਤੁਹਾਡਾ ਕੀ ਸਕੋਰ ਸੀ? 73 7.5 7.5। ਚਲੋ, ਹੁਣ ਤੁਸੀਂ ਕੀ ਪੜਨ ਜਾ ਰਹੇ ਹੋ ਫਿਰ ਉੱਥੇ ਐਗਜ਼ੈਕਟਲੀ? ਮੈਂ MBA। MBA ਕਰਨ। ਹਾਂਜੀ ਚਲੋ, ਸੋ ਕਰਨ ਜੀ ਟਰੋਫੀ ਦੇ ਕੇ ਕਰਨ ਜੀ ਵੀ ਜਸਵਿੰਦਰ ਹੁਣਾਂ ਨੂੰ ਕੰਗ੍ਰੈਚੁਲੇਟ ਕਰਨਗੇ। ਥੈਂਕ ਯੂ ਸੋ ਮਚ ਜਸਵਿੰਦਰ। ਤੁਹਾਡਾ ਪੂਰਾ ਨਾਮ ਜੀ? ਹਰਮਨ ਸਿੰਘ ਸਰ। ਹਰਮਨ ਸਿੰਘ ਜੀ। ਹਰਮਨ ਜੀ, ਤੁਸੀਂ ਕੀ ਬੀਕਾਮ ਕੀਤੀ ਮੇਰੇ ਖਿਆਲ? BCA। ਤੁਹਾਡੀ ਸਟਰਗਲ ਕੀ ਰਹੀ ਵੀਜ਼ਾ ਦੀ? ਸਰ ਫਸਟਲੀ ਸਰ ਮੈਂ ਉਰੇ ਆਇਆ ਸੀਗਾ ਉਧਰ ਚੰਡੀਗੜ੍ਹ ਆਫਿਸ ਤੇ ਉਸ ਤੋਂ ਬਾਅਦ ਮੈਂ ਫਾਈਲ ਲਾਂਚ ਕੀਤੀ ਸੀ 28 ਅਕਤੂਬਰ ਨੂੰ ਤੇ ਜਨਵਰੀ ਇਨਟੇਕ ਲਿਆ ਸੀ ਬਟ ਉਦੋਂ ਮੇਰਾ ਕੋਈ ਰਿਜ਼ਲਟ ਨਹੀਂ ਆਇਆ। ਫਿਰ ਉਸ ਤੋਂ ਬਾਅਦ ਸਰ ਮੈਂ ਡੈਫਰ ਕਰਾਇਆ ਤੇ ਡੈਫਰ ਕਰਾ ਕੇ ਉਸ ਤੋਂ ਬਾਅਦ ਮੇਰਾ ਸਰ 12 ਫਰਵਰੀ ਨੂੰ ਮੇਰਾ ਵੀਜ਼ਾ ਆ ਗਿਆ ਸਰ। ਅੱਛਾ, ਫਸਟ ਟਾਈਮ ਦੇ ਵਿੱਚ ਹੀ ਕਲੀਅਰ ਹੋ ਗਿਆ? ਅੱਛਾ, ਤੁਸੀਂ ਰਿਫਿਊਜ਼ਲ ਫੇਸ ਨਹੀਂ ਕੀਤਾ? ਨਹੀਂ ਸਰ, ਮੈਂ ਫਸਟ ਟਾਈਮ ਫਾਈਲ ਲਾਂਚ ਕੀਤੀ, ਫਸਟ ਟਾਈਮ ਵੀਜ਼ਾ ਆ ਗਿਆ ਸਰ। ਡਰ ਤਾਂ ਲੱਗਦਾ ਹੋਣਾ ਕਿਉਂਕਿ ਰਿਫਿਊਜ਼ਲ ਪਿੱਛੇ ਜੇ ਬਹੁਤ ਆਉਂਦੇ ਸੀਗੇ ਪਹਿਲਾਂ। ਬਹੁਤ ਸਾਰੇ ਕੰਸਲਟੈਂਟ ਦੇ ਆਪਾਂ ਦੇਖਦੇ ਹਾਂ ਰਿਫਿਊਜ਼ਲ ਆਉਂਦੇ ਨੇ, ਪਰ ਲੈਂਡਮਾਰਕ ਮਿਹਨਤ ਜ਼ਿਆਦਾ ਕਰਦਾ। ਹਾਂਜੀ ਸਰ, ਮੈਂ ਦੇਖਿਆ ਸੀ ਸਰ ਫਾਈਲ ਲਾਉਣ ਤੋਂ ਪਹਿਲਾਂ ਮੈਂ ਬਹੁਤ ਦੇਖਿਆ ਸੀ ਤੇ ਸਰ ਮੈਨੂੰ ਫਰੈਂਡਸ ਨੇ ਸੁਜੈਸਟ ਕੀਤਾ ਸੀ ਤੇ ਤਾਂ ਕਰਕੇ ਸਰ ਮੈਂ ਕਹਿੰਦੇ ਸੀ ਵੀ ਲੈਂਡਮਾਰਕ ਦਾ ਸਕਸੈਸ ਰੇਟ ਬਹੁਤ ਵਧੀਆ ਹੈਗਾ, ਤਾਂ ਕਰਕੇ ਮੈਂ ਸਰ ਲੈਂਡਮਾਰਕ ਤੋਂ ਫਾਈਲ ਲਾਈ ਸੀ ਤੇ ਮੇਰਾ ਵੀਜ਼ਾ ਵੀ ਬਹੁਤ ਜਲਦੀ ਆ ਗਿਆ। ਚਲੋ, ਥੈਂਕ ਯੂ ਸੋ ਮਚ। ਸੋ ਕਰਨ ਜੀ ਟਰਾਫੀ ਦੇ ਕੇ ਹਰਮਨ ਜੀ ਨੂੰ ਵੀ ਕੰਗ੍ਰੈਚੁਲੇਟ ਕਰਨਗੇ। ਸੋ ਹੁਣ ਸਾਡੇ ਨਾਲ ਇੱਕ ਹੋਰ ਨੌਜਵਾਨ ਨੇ, ਇਹਨਾਂ ਨੇ +2 ਕੀਤੀ ਹੈ ਨਾਨ ਮੈਡੀਕਲ। ਤੁਹਾਡਾ ਨਾਮ? ਆਦਰਸ਼ ਰਾਣਾ। ਆਦਰਸ਼ ਰਾਣਾ। ਸੋ ਆਦਰਸ਼ ਰਾਣਾ। ਸੋ ਆਦਰਸ਼ ਜੀ, ਤੁਸੀਂ ਕਿਹੜਾ ਕੋਰਸ ਕਰਨਾ, ਕੀ ਸੋਚ ਕੇ ਬਾਹਰ ਜਾ ਰਹੇ ਹੋ? ਸਰ ਮੇਰਾ ਕੋਰਸ ਪੈਕੇਜਿੰਗ ਇੰਜੀਨੀਅਰਿੰਗ ਟੈਕਨੀਸ਼ੀਅਨ ਦਾ ਹੈ ਸਰ, ਕੋਨਸਟੇਬਲ ਕਾਲਜ ਕੈਂਬਰਿਜ ਕੈਂਪਸ। ਸਰ ਤੁਸੀਂ ਸਰ ਦਾ ਪਹਿਲਾਂ ਪੁੱਛਿਆ ਹੀ ਹੈ ਇੱਥੇ ਪਿਛਲੇ ਸਟੂਡੈਂਟਸ ਨੂੰ ਕਿ ਜਿੱਦਾਂ ਹੁਣ ਇੱਥੇ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਨਹੀਂ ਨੌਕਰੀ ਮਿਲ ਰਹੀ, ਕੋਈ ਜੋਬਸ ਓਪਰਚੁਨਿਟੀਜ਼ ਹੈ ਨਹੀਂ ਜ਼ਿਆਦਾ। ਹੁਣ ਜਿੱਦਾਂ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਹੋਰ ਜ਼ਿਆਦਾ ਘਟਣਾ ਆਪਣਾ ਕੰਮ। ਫਿਰ ਮੈਂ ਆਪਣੇ ਪੇਰੈਂਟਸ ਨਾਲ ਜਿੱਦਾਂ ਗੱਲਬਾਤ ਕਰਕੇ ਵੀ ਜ਼ਰੂਰੀ ਇੱਥੇ ਇੰਨੇ ਪੈਸੇ ਲਾਣੇ 20-25 ਲੱਖ ਪੜ੍ਹਾਈ ਨੂੰ, ਉਹਦੇ ਨਾਲੋਂ ਤਾਂ ਬਾਹਰ ਹੀ ਲਾ ਲਓ। ਇੱਕ ਮਤਲਬ ਸਰ ਐਟ ਦ ਐਂਡ ਆਫ ਡੇ ਤਾਂ ਇਹੀ ਹੈ ਵੀ ਬੰਦਾ ਸੈੱਟ ਹੋ ਜਾਵੇ, ਇਹ ਮਤਲਬ ਉੱਧਰ ਹੀ ਆ ਗਿਆ ਇੱਧਰ। ਬਿਲਕੁਲ ਠੀਕ ਹੈ, ਚੰਗੀ ਸੋਚ ਤੁਸੀਂ ਰੱਖੀ ਹੈ। ਸੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਇੱਥੇ ਵੀ ਨੌਕਰੀਆਂ ਹੋਣ, ਇੱਥੇ ਵੀ ਬਹੁਤ ਵਧੀਆ ਸਿਸਟਮ ਹੈ ਜਿਹੜਾ ਡਿਵੈਲਪ ਹੋਵੇ। ਪਹਿਲੀ ਵਾਰ 'ਚ ਹੀ ਲੱਗ ਗਿਆ ਵੀਜ਼ਾ? ਪਹਿਲੀ ਵਾਰ 'ਚ ਹੀ ਲੱਗ ਗਿਆ। ਇਹਦਾ ਮਤਲਬ ਸਪੋਰਟ ਕੀਤੀ ਤੁਹਾਡੀ ਲੈਂਡਮਾਰਕ ਨੇ ਚੰਗੀ? ਹਾਂਜੀ ਸਰ ਵਧੀਆ। ਕਿਵੇਂ ਕੀਤੀ ਸਰ? ਵਧੀਆ ਮਤਲਬ ਸ਼ੁਰੂ ਤੋਂ ਜਿੱਦਾਂ ਮੈਂ ਪਹਿਲਾਂ ਸਰ ਜਲੰਧਰ ਫੋਨ ਮਤਲਬ ਜਿੱਦਾਂ ਮੈਂ ਗੂਗਲ ਤੋਂ ਹੀ ਸਰਚ ਕੀਤਾ ਸੀ ਸਾਰਾ ਇਹਨਾਂ ਦਾ, ਸਰ ਉੱਥੋਂ ਹੀ ਨੰਬਰ ਲਿਆ ਸੀ ਮੈਂ। ਸਰ ਉੱਦਾਂ ਤਾਂ ਜਲੰਧਰ ਮੈਨੂੰ ਨੇੜੇ ਪੈਂਦਾ, ਫਿਰ ਮੈਂ ਉੱਥੇ ਟਰਾਈ ਕੀਤਾ ਪਰ ਉਹ ਮੋਹਾਲੀ ਨੇ ਕਹਿੰਦੇ ਤੁਸੀਂ ਮੋਹਾਲੀ ਆ ਕੇ ਕਰਵਾਓ। ਫਿਰ ਉਹ ਲੋਕਡਾਊਨ ਕਰਕੇ ਥੋੜਾ ਮਤਲਬ ਇਹਨਾਂ ਦਾ ਵੀ ਥੋੜਾ ਹੋਣਾ ਨਾ। ਤੇ ਸਰ ਫਿਰ ਮੇਰਾ ਸਰ ਸਟਾਰਟ ਹੋਇਆ ਸੀ ਅਗਸਤ ਐਂਡ 'ਚ ਹੋਇਆ ਸੀ ਸਟਾਰਟ। ਸਰ ਆਫਰ ਲੈਟਰ ਵਗੈਰਾ ਮੰਗਾਈ ਸੀ ਮੈਂ। ਫਿਰ ਸਰ ਜਿੱਦਾਂ ਫੀਸ ਵਗੈਰਾ ਸਾਰੀ ਪੇ ਕੀਤੀ ਅਕਤੂਬਰ ਨਵੰਬਰ ਤੱਕ। ਸਰ ਫਿਰ ਮੈਂ ਦਸੰਬਰ 7 ਨੂੰ ਲਾਈ ਸੀ ਫਾਈਲ, ਦਸੰਬਰ 7 ਨੂੰ। ਸਰ ਫਿਰ ਮੇਰਾ PPR ਆ ਗਈ ਸਰ 12 ਫੈਬ ਨੂੰ। ਤੇ ਫਿਰ ਡੱਬਾ ਲਿਆ ਕੇ ਮੂੰਹ ਮਿੱਠਾ ਕਰਾਇਆ ਸਭ ਦਾ? ਹਾਂਜੀ ਲਿਆਇਆ ਤਾਂ ਹੈਗਾ ਸਰ, ਦੇਖੋ ਹੈ ਜੀ, ਲਿਆਇਆ ਤਾਂ ਹੈਗਾ। ਲੈ ਕੇ ਆਏ ਹੋ? ਚਲੋ, ਬਹੁਤ ਮੁਬਾਰਕਾਂ। ਫਿਰ ਤਾਂ ਟਰਾਫੀ ਇਸ ਵਕਤ ਕਰਨ ਜੀ ਪ੍ਰੈਜ਼ੈਂਟ ਕਰਨਗੇ। ਆਦਰਸ਼ ਰਾਣਾ ਬਹੁਤ ਹੋਣਹਾਰ ਨੌਜਵਾਨ ਹੈ, ਸੋ ਸਾਇੰਸ ਦੇ ਸਟੂਡੈਂਟ ਨੇ। ਬਹੁਤ ਮੁਬਾਰਕਾਂ ਆਦਰਸ਼, ਬਹੁਤ ਚੰਗਾ ਤੁਸੀਂ ਬੋਲੇ। ਤੁਹਾਡਾ ਨਾਮ? ਆਕਾਸ਼ਦੀਪ ਸਿੰਘ। ਆਕਾਸ਼ਦੀਪ ਸਿੰਘ, ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਅਸੀਂ ਲੁਧਿਆਣਾ ਅਹਿਮਦਗੜ੍ਹ ਰੈਕੋਰਡ ਸਾਈਡ ਆਈ ਬਾਰਮਪੁਰ ਪਿੰਡ। ਅੱਛਾ, ਤੁਸੀਂ ਪਹਿਲਾਂ ਕੀ ਪੜ੍ਹਾਈ ਕੀਤੀ? ਮੈਂ ਸਰ 2018 'ਚ ਪਾਸ ਆਊਟ ਕੀਤੀ ਹੈ ਨਾਨ ਮੈਡੀਕਲ 12th ਕਲਾਸ ਤੇ। ਉਸ ਤੋਂ ਬਾਅਦ ਮੈਂ ਟਰਾਈ ਕੀਤਾ ਸੀ ਵੀ ਮੈਂ BSc ਜਾਂ BTech ਸਟਾਰਟ ਕਰਾਂ, ਬਟ ਮੈਂ ਕੀਤੀ ਵੀ ਸੀ ਤੇ ਮੈਨੂੰ ਸੁਜੈਸਟ ਕੀਤਾ ਸੀਗਾ ਵੀ ਕਿਉਂਕਿ ਮੇਰੇ ਕਜ਼ਨਸ ਨੇ ਉਹਨਾਂ ਨੇ ਵੀ ਟਰਾਈ ਕੀਤਾ ਹੋਇਆ ਇਹਨਾਂ ਸਟਰੀਮਸ ਦੇ ਵਿੱਚ, ਬਟ ਉਹਨਾਂ ਨੂੰ ਕੋਈ ਜੌਬ ਓਪਰਚੁਨਿਟੀ ਨਹੀਂ ਸੀ। ਅੱਛਾ, ਪੰਜਾਬ 'ਚ ਉਹਨਾਂ ਨੂੰ ਵੀ ਕੋਈ ਨੌਕਰੀਆਂ ਮਿਲੀਆਂ ਨਹੀਂ?
ਹਾਂ ਯੈਸ ਸਰ, ਮਤਲਬ ਕਿ ਉਹਨਾਂ ਨੂੰ ਕੋਈ ਵੀ ਓਪਰਚੁਨਿਟੀ ਨਹੀਂ ਹੈ, ਬਟ ਉਹ ਹੁਣ ਵੀ ਪ੍ਰਾਈਵੇਟ ਸੈਕਟਰ ਕੰਮ ਕਰ ਰਹੇ ਨੇ, ਮਿਨੀਮਮ 10,000 ਪੇ ਲੈਂਦੇ ਨੇ ਮੰਥਲੀ। ਸੋ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਸੀ ਵੀ ਤੂੰ ਵੀ ਅਬਰੋਡ ਟਰਾਈ ਕਰ ਕਿਸੇ ਵੀ ਕੰਟਰੀ ਵਿੱਚ ਵੀ, ਕਿਉਂਕਿ ਇੱਧਰ ਨਾਲੋਂ ਤਾਂ ਉੱਧਰ ਵਧੀਆ, ਕਿਉਂਕਿ ਉੱਧਰ ਸਰ ਕਰਪਸ਼ਨ ਵਗੈਰਾ ਨਹੀਂ ਹੈਗੀ, ਬਹੁਤ ਘੱਟ ਹੈ ਨਾ, ਅਤੇ ਜਿੰਨਾ ਆਪਾਂ ਕੰਮ ਕਰਦੇ ਆਪਾਂ ਨੂੰ ਉਨੀ ਪੇ ਮਿਲਦੀ ਹੈ, ਮਿਹਨਤ ਦਾ ਮੁੱਲ ਮੁੜ ਜਾਂਦਾ ਜਿਵੇਂ ਕਹਿ ਦਈਏ। ਬਿਲਕੁਲ। ਸੋ ਪੰਜਾਬ 'ਚ ਤਾਂ ਇੰਡੀਆ 'ਚ ਤਾਂ ਕਈ ਵਾਰੀ ਕਹਿਣਾ ਨਹੀਂ ਚਾਹੀਦਾ, ਪਰ ਫਿਰ ਵੀ ਕਈ ਵਾਰੀ ਤੁਰੇ ਜਾਂਦੇ ਦੀ ਜੇਬ ਕੱਟੀ ਜਾਂਦੀ ਹੈ। ਸੋ ਕਰਪਸ਼ਨ ਤਾਂ ਹੈ ਹੀ ਹੈ, ਸੋ ਡਰ ਵੀ ਹੈ। ਇਹ ਸਿਸਟਮ ਸਰਕਾਰਾਂ ਨੂੰ ਠੀਕ ਕਰਨਾ ਚਾਹੀਦਾ। ਲੈਂਡਮਾਰਕ ਨੇ ਸਪੋਰਟ ਕਿੱਦਾਂ ਦੀ ਕੀਤੀ ਵੀਜ਼ਾ ਦਿਵਾਉਣ ਦੇ ਵਿੱਚ? ਡਰ ਵੀ ਲੱਗਦਾ ਸੀ ਵੀ ਕਿਤੇ ਰਿਫਿਊਜ਼ ਹੀ ਨਾ ਹੋ ਜੇ? ਹਾਂਜੀ, ਬਿਕੋਜ਼ ਮੇਰੇ ਇੱਕ ਦੇ ਵਿੱਚੋਂ 5.5 ਬੈਂਡ ਸੀਗੇ ਅਤੇ 666 ਸੀ, ਸੋ ਮੈਨੂੰ ਥੋੜ੍ਹਾ ਬਹੁਤ ਡਰ ਸੀ ਵੀ ਮੇਰਾ ਰਿਫਿਊਜ਼ ਹੋ ਜਾਊਗਾ। ਬਟ ਮੇਰੇ ਕਈ ਫਰੈਂਡਸ ਨੇ, ਉਹਨਾਂ ਨੇ ਇੱਥੋਂ ਹੀ ਫਾਈਲ ਕਰਕੇ ਬਾਹਰ ਗਏ ਨੇ ਅਤੇ ਹੁਣ ਵਧੀਆ ਸੈਟਲ ਨੇ, ਅਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਸੀ ਵੀ ਇੱਥੋਂ ਟਰਾਈ ਕਰਾਂ। ਅਤੇ ਮੈਂ ਲੁਧਿਆਣਾ ਬ੍ਰਾਂਚ ਦੇ ਵਿੱਚ ਹਰਜੋਤ ਮੈਮ ਨੂੰ ਮਿਲਿਆ ਸੀ, ਅਤੇ ਉਹਨਾਂ ਨੇ ਕਿਹਾ ਸੀ ਵੀ 95% ਮੇਰਾ ਵੀਜ਼ਾ ਆ ਜੂ। ਸੋ ਇੰਨਾ ਕੁ ਰਿਸਕ ਤਾਂ ਹੁੰਦਾ ਹੀ ਹੈ, ਅਤੇ ਲਾਇਆ ਅਤੇ ਮੇਰਾ ਵੀਜ਼ਾ ਆ ਗਿਆ ਜੀ। ਬਿਲਕੁਲ। ਵੈਸੇ ਲੈਂਡਮਾਰਕ ਵਾਲਿਆਂ ਬਾਰੇ ਤਾਂ ਕਿਹਾ ਜਾਂਦਾ, ਪਿੱਛੇ ਜੇ ਮੈਂ ਸੁਣਦਾ ਸੀ 43% ਸੀ ਸਟੂਡੈਂਟ ਦੇ, 2 ਚੋਂ 5.5 ਉਹਦਾ ਵੀ ਵੀਜ਼ਾ ਲਵਾਤਾ, ਪਰ ਹਰੇਕ ਦਾ ਨਹੀਂ ਲੱਗਦਾ। 2 ਚੋਂ 5.5 ਨਾਲ ਹਰ ਕਿਸੇ ਦਾ ਨਹੀਂ ਲੱਗਦਾ। ਇਹ ਜਸਮੀਤ ਜੀ ਨੇ ਵੀ ਕਿਹਾ ਸੀ, ਇਹ ਕਿਸਮਤ ਹੈ ਕਿ 2 ਚੋਂ 5.5 ਨਾਲ ਲੱਗ ਜੇ। ਜਿਹਦੇ ਆਇਲਸ ਇੰਪਰੂਵ ਹੋ ਹੀ ਨਹੀਂ ਰਹੇ ਬਾਰ-ਬਾਰ ਕੋਸ਼ਿਸ਼ ਕਰਕੇ, ਉਹ 2 ਚੋਂ 5.5 ਨਾਲ ਟਰਾਈ ਕਰ ਸਕਦੇ ਨੇ। ਨਹੀਂ ਤਾਂ ਅਗਰ 1 ਚੋਂ 5.5 ਹੈ, ਬਾਕੀਆਂ 'ਚੋਂ ਤੁਹਾਡਾ ਸਕੋਰ ਚੰਗਾ ਹੈ ਜਿਵੇਂ ਜਸਮੀਤ ਜੀ ਦੱਸਦੇ ਨੇ, ਸੋ ਉਹਦੇ ਹਿਸਾਬ ਨਾਲ ਹੀ ਅਪਲਾਈ ਕਰੋ। ਸੋ ਮੈਂ ਤਾਂ ਚਲੋ ਪੱਤਰਕਾਰ ਹਾਂ, ਪਰ ਜਸਮੀਤ ਜੀ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਿਆ ਕਰੋ। ਜਿਵੇਂ ਜਿਵੇਂ ਜਸਮੀਤ ਜੀ ਕਹਿਣ ਉਹਦੇ ਹਿਸਾਬ ਦੇ ਨਾਲ ਅਗਰ ਅਪਲਾਈ ਕਰੋਗੇ ਤਾਂ ਸਕਸੈਸ ਰੇਟ ਤੁਹਾਨੂੰ ਚੰਗਾ ਮਿਲ ਜੂਗਾ। ਸੋ ਤੁਸੀਂ ਵੀ ਮੂੰਹ ਮਿੱਠਾ ਕਰਾਉਣਾ ਜੀ ਅੱਜ ਲੈਂਡਮਾਰਕ? ਹਾਂਜੀ ਹਾਂਜੀ ਜ਼ਰੂਰ ਜੀ। ਨਾਲ ਚਲੋ ਤੁਹਾਨੂੰ ਟਰਾਫੀ ਕਰਨ ਜੀ ਇਸ ਵਕਤ ਦੇਣਗੇ। ਸੋ ਆਦਰਸ਼ ਆਕਾਸ਼ਦੀਪ ਸਿੰਘ, ਸੋ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਆਕਾਸ਼ਦੀਪ, ਥੈਂਕ ਯੂ ਸੋ ਮਚ। ਸੋ ਕਰਨ ਜੀ ਤੁਹਾਡੀਆਂ ਵੀ ਬਹੁਤ-ਬਹੁਤ, ਕਰਨ ਜੀ ਦੀ ਵੀ ਬਹੁਤ ਮਿਹਨਤ ਰਹਿੰਦੀ ਹੈ ਸਾਰੇ ਸਟੂਡੈਂਟਸ ਨੂੰ। ਜਿੰਨੇ ਇਹ ਸਟੂਡੈਂਟ ਸੀਗੇ, ਤੁਸੀਂ ਕੌਨਫੀਡੈਂਟ ਰਹਿੰਦੇ ਹੋ ਕਿ ਇਹਨਾਂ ਦਾ ਵੀਜ਼ਾ ਆ ਜਾਊਗਾ, ਜਾਂ ਤੁਹਾਨੂੰ ਵੀ ਲੱਗਦਾ ਹੈ ਕਿ किस्मत दे सहारे है सारा कुछ? एक्चुअली सर हम एक इमिग्रेशन कंसल्टेंट हैं और सबसे बड़ी बात है कि हम नेगेटिव नहीं हो सकते। कोई भी बच्चा मेरे पास आता है, हम यही सोच के उसका फाइलिंग करते हैं कि हाँ इस बच्चे का वीज़ा आना चाहिए, क्योंकि हमारी कंपनी जो स्टैंड हुई है वो बच्चों के कारण हुई है, उनके पेरेंट्स के विश्वास के कारण हुई है। वो बच्चे पढ़ने जाते हैं, हमें वहाँ से बेनिफिट मिलता है, उसके कारण कंपनी स्टैंड हुई है। सो मेरे लिए तो हर बच्चा वो है जिसका मैं वीज़ा ले सकता हूँ। पर एंड डिसीजन एम्बेसी का है कि एम्बेसी कई बार डॉक्यूमेंट्स में कुछ कमी या कुछ भी ABC रीज़न के साथ रिफ्यूज़ल दे देती है, बट उसको भी हम रीफाइल करते हैं, उस पर भी वीज़ा तक पहुँचाते हैं हम। पर लैंडमार्क का सक्सैस रेट बहुत ज़्यादा है, ये पीछे कारण की है? जसमीत जी रोज़ ट्रेनिंग देंगे ने साਰਿਆਂ ਨੂੰ? बिल्कुल, जसमीत सर की तो सपोर्ट ऑलवेज़ है। जसमीत सर हमें इतनी बारीक चीज़ें बताते हैं, कनाडा स्टडी वीज़ा के बारे में, एम्बेसी के बारे में, फाइलिंग कैसे लगानी चाहिए। मतलब उनकी गाइडेंस के बिना आई थिंक ये चीज़ पॉसिबल नहीं है कि हम इतने हैवी सक्सेस रेट पे पहुंचे। जबकि कोविड का टाइम है, कंपनीज़ का सक्सेस रेट नहीं निकल रहा है और हम यहाँ पे 2 में 5.5 और PT पे वीज़ा ले रहे हैं। मार्केट में बच्चों को मना कर देते हैं PT वाले। मैं अभी वीज़ा हैंड ओवर कर रहा था और बच्चे ने मुझे बताया कि सर मैं कम से कम 10 कंपनीज़ में घूम के गया हूँ जहाँ पर मुझे PT पे मना कर दिया कि आपका वीज़ा आ ही नहीं सकता, यू कांट गेट योर वीज़ा विद PT स्कोर। सो हमारे पास लाइव एग्जाम्पल्स हैं PT के साथ बच्चों के। सो कहीं ना कहीं एक कहते हैं कि सक्सेसफुल पर्सन है वो, और उनका हाथ हमारे ऊपर है, उनकी गाइडेंस है, इसलिए आज हम भी ग्रो कर रहे हैं उनके साथ। जी चलो, ਕੰਗ੍ਰੈਚੁਲੇਸ਼ਨਸ ਐਂਡ ਥੈਂਕ ਯੂ ਸੋ ਮਚ ਕਰਨ ਜੀ। ਸੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੁਝ ਸਟੂਡੈਂਟਸ ਜਿਨ੍ਹਾਂ ਦੇ ਵੀਜ਼ਾ ਮਿਲੇ ਸੀ, ਉਹਨਾਂ ਦੇ ਨਾਲ ਅੱਜ ਗੱਲਬਾਤ ਕੀਤੀ ਹੈ। ਸੋ ਜ਼ਰੂਰ ਜਸਮੀਤ ਜੀ ਦੀਆਂ ਗਾਈਡਲਾਈਨਸ ਨੂੰ ਸਾਰੇ ਸਟੂਡੈਂਟਸ ਫੋਲੋ ਕਰੋ। ਥੈਂਕ ਯੂ ਸੋ ਮਚ।